मैं ਤੁਹਾਨੂੰ पंजाब स्कूल सिक्ख्या बोर्ड की पुस्तक वैलकम लाइफ स्वागत जिंदगी क्लास 10th का पाठ नंबर 8 समझाउण जा रहा हाँ। पाठ का नाम है समस्या का हल, प्रॉब्लम सॉल्विंग। सब तो पहला मैं ਤੁਹਾਨੂੰ पाठ के नाम के अर्थ दस दिंदा हाँ। समस्या का हल भाव अपने जीवन विच आउण वाली मुसीबतां अते मुश्किलां नूं सुलझाउणा। भाव कि साडी जिंदगी विच अनेकां प्रॉब्लम्स आउंदियां हन, असीं उन्हां नूं किवें हल करना है ਜਾਂ किवें सुलझाउणा है। ਤਾਂ ਮੈਨੂੰ उम्मीद है दोस्तों तुसीं पाठ के नाम के अर्थ समझ लए होणगे। हुण मैं तुहानूं इस पाठ दीआं क्रियावां ते सारांश सारा कुछ चंगी तरह समझावांगा। इस पाठ के कुल 4 भाग हैं। पहला भाग गुस्से ते काबू किवें पाईए, हाउ टू मैनेज एंगर। भाव अपने मन विच जां दिमाग विच पैदा होए मानसिक विकार घबराहट ਅਤੇ ਬੇਚੈਨੀ ਨੂੰ ਕਿਵੇਂ ਕੰਟਰੋਲ ਕਰੀਏ। ਗੁੱਸਾ ਉਸ ਸਮੇਂ ਪੈਦਾ ਹੋ ਜਾਂਦਾ ਹੈ ਜਦੋਂ ਸਾਡੀ ਮਰਜ਼ੀ ਤੋਂ ਖਿਲਾਫ ਕੋਈ ਕੰਮ ਹੁੰਦਾ ਹੈ, ਪਰ ਗੁੱਸਾ ਅਜਿਹਾ ਚੰਡਾਲ ਹੁੰਦਾ ਹੈ ਜੋ ਕੇਵਲ ਸਾਡਾ ਨੁਕਸਾਨ ਹੀ ਕਰਦਾ ਹੈ। ਇਸ ਲਈ ਸਾਨੂੰ ਪਾਠ ਵਿੱਚ ਦੱਸੇ ਤਰੀਕਿਆਂ ਨਾਲ ਆਪਣੇ ਗੁੱਸੇ 'ਤੇ ਕਾਬੂ ਪਾ ਲੈਣਾ ਚਾਹੀਦਾ ਹੈ ਤਾਂ ਕਿ ਅਸੀਂ ਆਉਣ ਵਾਲੇ ਭਵਿੱਖ ਵਿੱਚ ਹੋਣ ਵਾਲੇ ਨੁਕਸਾਨਾਂ ਤੋਂ ਬਚ ਸਕੀਏ। ਭਾਗ 2 ਡਰ ਦੀ ਭਾਵਨਾ ਨਾਲ ਕਿਵੇਂ ਨਜਿੱਠੀਏ, ਹਾਊ ਟੂ ਮੈਨੇਜ ਫੀਅਰ। ਭਾਵ ਡਰ 'ਤੇ ਕਾਬੂ ਕਿਵੇਂ ਪਾਈਏ। ਡਰ ਇੱਕ ਅਜਿਹੀ ਕਲਪਨਾ ਹੈ ਜੋ ਹਰ ਉਮਰ ਦੇ ਵਿਅਕਤੀ ਵਿੱਚ ਪਾਈ ਜਾਂਦੀ ਹੈ। ਇਹ ਕਈ ਪ੍ਰਕਾਰ ਦਾ ਹੁੰਦਾ ਹੈ, ਜਿਵੇਂ ਫੇਲ ਹੋਣ ਦਾ ਡਰ, ਬਿਮਾਰ ਹੋਣ ਦਾ ਡਰ, ਨੌਕਰੀ ਨਾ ਮਿਲਣ ਦਾ ਡਰ, ਖੇਡ ਵਿੱਚ ਹਾਰ ਜਾਣ ਦਾ ਡਰ ਆਦਿ। ਇਸ ਤੋਂ ਇਲਾਵਾ ਵੀ ਹੋਰ ਅਨੇਕਾਂ ਪ੍ਰਕਾਰ ਦਾ ਡਰ ਹੁੰਦਾ ਹੈ ਜੋ ਉਮਰ ਦੇ ਹਿਸਾਬ ਦੇ ਨਾਲ ਪਾਇਆ ਜਾਂਦਾ ਹੈ। ਭਾਵ ਬੱਚਿਆਂ ਦੇ ਵਿੱਚ ਬੱਚਿਆਂ ਦੇ ਹਿਸਾਬ ਨਾਲ ਡਰ ਹੋਵੇਗਾ, ਨੌਜਵਾਨਾਂ ਦੇ ਵਿੱਚ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਹੋਵੇਗਾ ਅਤੇ ਬਜ਼ੁਰਗਾਂ ਵਿੱਚ ਉਹਨਾਂ ਦੀ ਆਪਣੀ ਉਮਰ ਦੇ ਹਿਸਾਬ ਨਾਲ ਹੋਵੇਗਾ। ਪਰ ਡਰ ਹਮੇਸ਼ਾ ਨੁਕਸਾਨਦਾਇਕ ਹੀ ਨਹੀਂ ਹੁੰਦਾ, ਸਗੋਂ ਕਈ ਵਾਰੀ ਲਾਭਦਾਇਕ ਸਾਬਤ ਵੀ ਹੁੰਦਾ ਹੈ। ਜਿਵੇਂ ਬੱਚੇ ਪੇਪਰਾਂ ਵਿੱਚ ਫੇਲ ਹੋਣ ਦੇ ਡਰ ਤੋਂ ਸਖਤ ਮਿਹਨਤ ਕਰਦੇ ਹਨ ਅਤੇ ਪੜ੍ਹਾਈ ਵਿੱਚ ਲੱਗ ਜਾਂਦੇ ਹਨ, ਜਿਸ ਦਾ ਨਤੀਜਾ ਫਾਇਦੇਮੰਦ ਹੁੰਦਾ ਹੈ ਕਿ ਬੱਚੇ ਪੇਪਰਾਂ ਵਿੱਚ ਪਾਸ ਹੋ ਜਾਂਦੇ ਹਨ। ਤਾਂ ਮੈਨੂੰ ਉਮੀਦ ਹੈ ਦੋਸਤੋ ਤੁਸੀਂ ਦੋਵੇਂ ਭਾਗ ਚੰਗੀ ਤਰ੍ਹਾਂ ਸਮਝ ਲਏ ਹੋਣਗੇ। ਹੁਣ ਮੈਂ ਤੁਹਾਨੂੰ ਤੀਜਾ ਭਾਗ ਸਮਝਾਉਣ ਜਾ ਰਿਹਾ ਹਾਂ। ਭਾਗ 3 ਹੱਲ ਕਿਵੇਂ ਲੱਭੀਏ। ਭਾਵ ਕਿ ਕਿਸੇ ਵੀ ਸਮੱਸਿਆ ਦਾ ਹੱਲ ਜਾਂ ਨਿਪਟਾਰਾ ਕਿਵੇਂ ਕੀਤਾ ਜਾਵੇ। ਕਦੇ ਵੀ ਕੋਈ ਸਮੱਸਿਆ ਜਾਂ ਪ੍ਰਸ਼ਨ ਹੱਲ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਸੁਣੋ, ਸਮਝੋ, ਵਿਚਾਰ ਕਰੋ ਅਤੇ ਬਿਨਾਂ ਕੋਈ ਜਲਦਬਾਜ਼ੀ ਕੀਤੇ ਸਹਿਜਤਾ ਨਾਲ ਜਵਾਬ ਦਿਓ। ਭਾਗ 4 ਇਕਾਗਰਤਾ ਕੰਸਨਟ੍ਰੇਸ਼ਨ। ਭਾਵ ਸਭ ਕੁਝ ਭੁੱਲ ਕੇ ਸਾਹਮਣੇ ਆਈ ਸਮੱਸਿਆ ਵੱਲ ਹੀ ਧਿਆਨ ਲਗਾਇਆ ਜਾਵੇ। ਜਿਵੇਂ ਕਿ ਮਹਾਭਾਰਤ ਵਿੱਚ ਅਰਜਨ ਨੇ ਕੇਵਲ ਚੀੜੀ ਦੀ ਅੱਖ 'ਤੇ ਇਕਾਗਰਤਾ ਨਾਲ ਨਿਸ਼ਾਨਾ ਲਗਾਇਆ ਸੀ। ਤਾਂ ਦੋਸਤੋ ਮੈਨੂੰ ਉਮੀਦ ਹੈ ਤੁਸੀਂ ਪੂਰੇ ਪਾਠ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਹੁਣ ਮੈਂ ਤੁਹਾਨੂੰ ਇਸ ਪਾਠ ਦੀਆਂ ਕਿਰਿਆਵਾਂ ਅਤੇ ਪ੍ਰਸ਼ਨ ਉੱਤਰ ਸਮਝਾਵਾਂਗਾ। ਭਾਗ 1 ਵਿੱਚ ਰੋਬਿਨ ਨਾਂ ਦੇ ਇੱਕ ਬੱਚੇ ਦੀ ਕਹਾਣੀ ਦੱਸੀ ਗਈ ਹੈ ਜੋ ਛੋਟੀ ਛੋਟੀ ਗੱਲ ਉੱਤੇ ਆਪਣੇ ਦੋਸਤਾਂ ਤੋਂ ਗੁੱਸੇ ਹੋ ਜਾਂਦਾ ਹੈ ਅਤੇ ਗੁੱਸੇ ਵਿੱਚ ਉਹ ਖੇਡ ਬੰਦ ਕਰ ਦਿੰਦਾ ਹੈ ਅਤੇ ਨਾਰਾਜ਼ ਹੋ ਕੇ ਦੂਰ ਇਕੱਲਾ ਬੈਠ ਜਾਂਦਾ ਹੈ। ਉਹ ਆਪਣੇ ਦੋਸਤਾਂ ਦੇ ਬਾਰ-ਬਾਰ ਸਮਝਾਉਣ 'ਤੇ ਵੀ ਨਹੀਂ ਮੰਨਦਾ, ਪਰ ਅਚਾਨਕ ਉਸ ਦੀ ਨਜ਼ਰ 2 ਕੁੱਤਿਆਂ 'ਤੇ ਪੈਂਦੀ ਹੈ ਜੋ ਲੜ ਰਹੇ ਸਨ। ਪਰੰਤੂ ਜਦੋਂ ਉਹਨਾਂ ਨੂੰ ਖਾਣ ਲਈ ਰੋਟੀ ਮਿਲ ਜਾਂਦੀ ਹੈ ਤਾਂ ਉਹ ਦੋਵੇਂ ਮਿਲ ਕੇ ਰੋਟੀ ਖਾਂਦੇ ਹਨ ਅਤੇ ਦੁਬਾਰਾ ਫੇਰ ਇਕੱਠੇ ਖੇਡਣਾ ਸ਼ੁਰੂ ਕਰ ਦਿੰਦੇ ਹਨ। ਤਾਂ ਦੋਸਤੋ ਇਸ ਕਹਾਣੀ ਵਿੱਚੋਂ ਸਾਨੂੰ ਅਨੇਕਾਂ ਪ੍ਰਕਾਰ ਦੀਆਂ ਸਿੱਖਿਆਵਾਂ ਮਿਲਦੀਆਂ ਹਨ ਕਿ ਸਾਨੂੰ ਜ਼ਿਆਦਾ ਗੁੱਸਾ ਨਹੀਂ ਕਰਨਾ ਚਾਹੀਦਾ, ਛੋਟੀ ਛੋਟੀ ਗੱਲ 'ਤੇ ਗੁੱਸਾ ਨਹੀਂ ਕਰਨਾ ਚਾਹੀਦਾ। ਜੇ ਗੁੱਸੇ ਹੋ ਵੀ ਜਾਈਏ ਤਾਂ ਸਾਨੂੰ ਉਸ ਨੂੰ ਜ਼ਿਆਦਾ ਲੰਬਾ ਨਹੀਂ ਖਿੱਚਣਾ ਚਾਹੀਦਾ, ਸਗੋਂ ਉਸ ਨੂੰ ਖਤਮ ਕਰਕੇ ਪਿਛਲੀਆਂ ਗੱਲਾਂ ਭੁਲਾ ਦੇਣੀਆਂ ਚਾਹੀਦੀਆਂ ਹਨ ਅਤੇ ਦੁਬਾਰਾ ਫੇਰ ਮਿਲ ਕੇ ਰਹਿਣਾ ਚਾਹੀਦਾ ਹੈ। ਹੁਣ ਮੈਂ ਤੁਹਾਨੂੰ ਇਸ ਦੇ ਪ੍ਰਸ਼ਨ ਸਮਝਾਵਾਂਗਾ। ਪ੍ਰਸ਼ਨ ਨੰਬਰ 1 ਬੱਚਿਓ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ। ਉੱਤਰ ਸਾਨੂੰ ਛੋਟੀ ਛੋਟੀ ਗੱਲ 'ਤੇ ਗੁੱਸਾ ਨਹੀਂ ਕਰਨਾ ਚਾਹੀਦਾ ਅਤੇ ਜੇਕਰ ਗੁੱਸਾ ਆ ਵੀ ਜਾਵੇ ਤਾਂ ਉਸ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਪ੍ਰਸ਼ਨ ਨੰਬਰ 2 ਕੀ ਰੋਬਿਨ ਦਾ ਨਿੱਕੀ ਨਿੱਕੀ ਗੱਲ 'ਤੇ ਗੁੱਸੇ ਹੋਣਾ ਜਾਇਜ਼ ਹੈ। ਨਹੀਂ, ਰੋਬਿਨ ਦਾ ਨਿੱਕੀ ਨਿੱਕੀ ਗੱਲ 'ਤੇ ਗੁੱਸੇ ਹੋਣਾ ਜਾਇਜ਼ ਨਹੀਂ ਹੈ। ਭਾਵ ਕਿ ਗੁੱਸਾ ਥੋੜ੍ਹੀ ਦੇਰ ਲਈ ਹੋ ਜਾਵੇ ਤਾਂ ਠੀਕ ਹੈ, ਪਰੰਤੂ ਗੁੱਸੇ ਨੂੰ ਕਾਫੀ ਦੇਰ ਤੱਕ ਕਈ ਦਿਨਾਂ ਤੱਕ ਲੈ ਕੇ ਬੈਠੇ ਰਹਿਣਾ ਠੀਕ ਨਹੀਂ ਹੈ। ਵੈਸੇ ਤਾਂ ਸਾਨੂੰ ਹਰ ਨਿੱਕੀ ਨਿੱਕੀ ਗੱਲ 'ਤੇ ਗੁੱਸੇ ਹੋਣਾ ਗਲਤ ਹੈ। ਪ੍ਰਸ਼ਨ ਨੰਬਰ 3 ਰੋਬਿਨ ਨੇ ਕਹਾਣੀ ਵਿੱਚ ਕਿਸ ਤੋਂ ਸਿੱਖਿਆ ਲਈ। 2 ਲੜਦੇ ਹੋਏ ਕੁੱਤਿਆਂ ਤੋਂ। ਪ੍ਰਸ਼ਨ ਨੰਬਰ 4 ਗੁੱਸੇ 'ਤੇ ਕਾਬੂ ਪਾਉਣਾ ਕਿਉਂ ਜ਼ਰੂਰੀ ਹੈ। ਗੁੱਸੇ 'ਤੇ ਕਾਬੂ ਪਾਉਣ ਨਾਲ ਸਾਡੇ ਆਪਸੀ ਸੰਬੰਧ ਖਰਾਬ ਹੋਣ ਤੋਂ ਬਚ ਜਾਂਦੇ ਹਨ। ਭਾਵ ਕਿ ਜਦੋਂ ਅਸੀਂ ਆਪਣੇ ਰਿਸ਼ਤੇਦਾਰਾਂ ਜਾਂ ਮਿੱਤਰਾਂ ਤੋਂ ਗੁੱਸੇ ਹੁੰਦੇ ਹਾਂ, ਹਰ ਛੋਟੀ ਛੋਟੀ ਗੱਲ 'ਤੇ ਗੁੱਸੇ ਹੁੰਦੇ ਹਾਂ, ਤਾਂ ਉਹ ਵੀ ਹੌਲੀ ਹੌਲੀ ਸਾਡੀ ਆਦਤ ਤੋਂ ਵਾਕਫ ਹੋ ਜਾਂਦੇ ਹਨ ਅਤੇ ਉਹ ਸਾਡੇ ਤੋਂ ਦੂਰ ਜਾਣਾ ਸ਼ੁਰੂ ਹੋ ਜਾਂਦੇ ਹਨ। ਇਸ ਲਈ ਜੇਕਰ ਅਸੀਂ ਆਪਣੇ ਸੰਬੰਧਾਂ ਨੂੰ ਬਚਾ ਕੇ ਰੱਖਣਾ ਹੈ ਤਾਂ ਸਾਨੂੰ ਆਪਣੇ ਗੁੱਸੇ 'ਤੇ ਕਾਬੂ ਰੱਖਣਾ ਚਾਹੀਦਾ ਹੈ। ਆਓ ਪੜ੍ਹੀਏ ਇੱਕ ਹੋਰ ਕਹਾਣੀ। ਪੁਰਾਣੇ ਸਮੇਂ ਵਿੱਚ ਇੱਕ ਮਦਰਸੇ ਦੇ ਵਿੱਚ ਮੌਲਵੀ ਜੀ ਬੱਚਿਆਂ ਨੂੰ ਪੁੱਛਦੇ ਹਨ ਕਿ ਤੁਹਾਡੇ ਵਿੱਚ ਕੌਣ-ਕੌਣ ਇੱਕ ਦੂਜੇ ਪ੍ਰਤੀ ਸ਼ਿਕਵਾ ਜਾਂ ਰੰਜਿਸ਼ ਜਾਂ ਗੁੱਸੇ ਦੀ ਭਾਵਨਾ ਰੱਖਦਾ ਹੈ।
ਤਾਂ ਸਾਰੇ ਹੀ ਬੱਚੇ ਸਿਰ ਹਾਂ ਵਿੱਚ ਹਿਲਾ ਦਿੰਦੇ ਹਨ। ਤਾਂ ਮੌਲਵੀ ਜੀ ਬੜੇ ਤਰੀਕੇ ਨਾਲ ਉਹਨਾਂ ਨੂੰ ਕਹਿੰਦੇ ਹਨ ਕਿ ਤੁਸੀਂ ਕੱਲ੍ਹ ਸਾਰਿਆਂ ਨੇ ਇੱਕ ਇੱਕ ਟਮਾਟਰ ਲੈ ਕੇ ਆਉਣਾ ਹੈ। ਫਿਰ ਜਦੋਂ ਉਹ ਟਮਾਟਰ ਲੈ ਕੇ ਆਉਂਦੇ ਹਨ ਤਾਂ ਉਹਨਾਂ ਨੂੰ ਕਾਗਜ਼ ਵਿੱਚ ਲਪੇਟ ਕੇ ਆਪਣੇ ਝੋਲੇ ਭਾਵ ਬੈਗ ਵਿੱਚ ਰੱਖਣ ਲਈ ਕਹਿੰਦੇ ਹਨ। ਜਦੋਂ 2-3 ਦਿਨ ਬਾਅਦ ਉਹਨਾਂ ਬੱਚਿਆਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਹਾਡੇ ਟਮਾਟਰ ਕਿਵੇਂ ਦੇ ਹਨ, ਜਦੋਂ ਬੱਚੇ ਟਮਾਟਰ ਕੱਢਦੇ ਹਨ ਤਾਂ ਉਹ ਗਲ ਸੜ ਚੁੱਕੇ ਹੁੰਦੇ ਹਨ ਅਤੇ ਉਹਨਾਂ ਵਿੱਚੋਂ ਬਦਬੂ ਆ ਰਹੀ ਹੁੰਦੀ ਹੈ। ਤਾਂ ਮੌਲਵੀ ਜੀ ਬੜੇ ਤਰੀਕੇ ਨਾਲ ਸਮਝਾਉਂਦੇ ਹਨ ਕਿ ਬੱਚਿਓ, ਜਿਵੇਂ ਇਹ ਟਮਾਟਰ ਹਨ ਉਸੇ ਤਰ੍ਹਾਂ ਹੀ ਤੁਹਾਡੇ ਦਿਮਾਗ ਦੇ ਅੰਦਰ ਗੁੱਸਾ ਹੈ। ਜਦੋਂ ਤੁਸੀਂ ਗੁੱਸੇ ਨੂੰ ਜ਼ਿਆਦਾ ਦੇਰ ਆਪਣੇ ਮਨ ਦੇ ਅੰਦਰ ਜਾਂ ਦਿਮਾਗ ਦੇ ਅੰਦਰ ਰੱਖਦੇ ਹੋ ਤਾਂ ਤੁਹਾਡੇ ਦਿਮਾਗ ਦੇ ਅੰਦਰ ਵੀ ਉਹ ਗਲ ਸੜ ਕੇ ਬਦਬੂ ਮਾਰਨ ਲੱਗ ਜਾਂਦੇ ਹਨ, ਭਾਵ ਕਿ ਤੁਹਾਡੇ ਰਿਸ਼ਤੇ ਨਾਤੇ ਸਬੰਧ ਸਭ ਖਤਮ ਹੋ ਜਾਂਦੇ ਹਨ। ਹੁਣ ਮੈਂ ਤੁਹਾਨੂੰ ਇਸ ਵਿੱਚੋਂ ਪ੍ਰਸ਼ਨ ਸਮਝਾਵਾਂਗਾ। ਪ੍ਰਸ਼ਨ ਨੰਬਰ 1, ਗੁੱਸਾ ਜਾਂ ਗਿਲਾ ਸ਼ਿਕਵਾ ਕਰਨ 'ਤੇ ਤੁਹਾਡੀ ਮਨ ਦੀ ਹਾਲਤ ਕਿਹੋ ਜਿਹੀ ਹੋ ਜਾਂਦੀ ਹੈ? ਤਾਂ ਦੋਸਤੋ, ਤੁਸੀਂ ਉੱਪਰ ਕਹਾਣੀ ਵਿੱਚ ਪੜ੍ਹਿਆ ਹੀ ਹੈ, ਸਾਡਾ ਮਨ ਅਸ਼ਾਂਤ ਹੋ ਜਾਵੇਗਾ ਅਤੇ ਇਸ ਦੀ ਹਾਲਤ ਸੜੇ ਗਲੇ ਟਮਾਟਰ ਵਰਗੀ ਹੋ ਜਾਵੇਗੀ, ਭਾਵ ਕਿ ਇਹ ਬਦਬੂ ਮਾਰਨ ਲੱਗ ਜਾਵੇਗਾ, ਭਾਵ ਕਿ ਅਸੀਂ ਆਪਣੇ ਰਿਸ਼ਤੇ ਨਾਤਿਆਂ ਤੋਂ ਦੂਰ ਜਾਣਾ ਸ਼ੁਰੂ ਹੋ ਜਾਵਾਂਗੇ। ਪ੍ਰਸ਼ਨ ਨੰਬਰ 2, ਗੁੱਸੇ ਦੀ ਅਵਸਥਾ ਵਿੱਚ ਅਸੀਂ ਗੁੱਸੇ ਤੋਂ ਬਾਅਦ ਕੀ ਹੋਵੇਗਾ ਕਦੇ ਨਹੀਂ ਸੋਚਦੇ। ਬਿਲਕੁਲ ਠੀਕ ਗੱਲ ਹੈ, ਪਰ ਜੇਕਰ ਅਸੀਂ ਨਤੀਜੇ ਬਾਰੇ ਵਿਚਾਰ ਕਰ ਲਈਏ ਤਾਂ ਅਸੀਂ ਬਹੁਤ ਵੱਡੇ ਨੁਕਸਾਨ ਤੋਂ ਬਚ ਜਾਵਾਂਗੇ। ਭਾਵ ਕਿ ਇਸ ਪ੍ਰਸ਼ਨ ਵਿੱਚ ਦੱਸਿਆ ਗਿਆ ਹੈ ਕਿ ਗੁੱਸੇ ਦੀ ਅਵਸਥਾ ਵਿੱਚ ਅਸੀਂ ਜਦੋਂ ਆ ਜਾਂਦੇ ਹਾਂ ਤਾਂ ਅਸੀਂ ਕੁਝ ਨਹੀਂ ਸੋਚਦੇ। ਬਿਲਕੁਲ ਸਹੀ ਗੱਲ ਕੀਤੀ ਗਈ ਹੈ, ਸਾਨੂੰ ਸੋਚਣਾ ਚਾਹੀਦਾ ਹੈ। ਗੁੱਸਾ 2 ਮਿੰਟ ਲਈ ਆਉਂਦਾ ਹੈ, ਪਰੰਤੂ ਉਹ ਸਾਡੇ ਲਈ ਬਹੁਤ ਭਾਰੀ ਨੁਕਸਾਨ ਕਰਵਾ ਜਾਂਦਾ ਹੈ। ਇਸ ਲਈ ਆਪਣੇ ਗੁੱਸੇ ਨੂੰ ਕੰਟਰੋਲ ਕਰਨਾ ਸਿੱਖੋ। ਤਾਂ ਆਓ ਹੁਣ ਧਿਆਨ ਦਿੰਦੇ ਹਾਂ ਕਿ ਗੁੱਸੇ 'ਤੇ ਕਾਬੂ ਪਾਉਣ ਦੇ ਸਰਲ ਜਿਹੇ ਉਪਾਅ ਕੀ ਹਨ। ਤਾਂ ਦੋਸਤੋ, ਇੱਥੇ ਅਨੇਕਾਂ ਉਪਾਅ ਦਿੱਤੇ ਗਏ ਹਨ। ਮੈਂ ਕੁਝ ਪੜ੍ਹ ਕੇ ਤੁਹਾਨੂੰ ਸਮਝਾਉਂਦਾ ਹਾਂ, ਬਾਕੀ ਤੁਸੀਂ ਆਪ ਹੀ ਪੜ੍ਹ ਲੈਣੇ ਹਨ। ਹਮੇਸ਼ਾ ਹਾਂ ਪੱਖੀ ਸੋਚ ਬਣਾਓ, ਭਾਵ ਕਿ ਆਪਣੇ ਮਨ ਦੇ ਵਿੱਚ ਨੈਗੇਟਿਵਿਟੀ ਨਹੀਂ ਲੈ ਕੇ ਆਉਣੀ। ਚੰਗੀਆਂ ਕਿਤਾਬਾਂ ਪੜ੍ਹੋ, ਭਾਵ ਕਿ ਜਿਹੋ ਜਿਹੇ ਅਸੀਂ ਕਿਤਾਬਾਂ ਪੜ੍ਹਦੇ ਹਾਂ, ਜਿਹੋ ਜਿਹੀਆਂ ਅਸੀਂ ਜੀਵਨੀ ਪੜ੍ਹਦੇ ਹਾਂ, ਉੱਦਾਂ ਦੇ ਸਾਡੇ ਵਿਚਾਰ ਹੋ ਜਾਂਦੇ ਹਨ। ਜੇਕਰ ਅਸੀਂ ਚੰਗੇ ਲੋਕਾਂ ਦੀਆਂ ਜੀਵਨੀ ਪੜ੍ਹਾਂਗੇ ਤਾਂ ਸਾਡੇ ਵਿਚਾਰ ਚੰਗੇ ਹੋਣਗੇ, ਪਰੰਤੂ ਜੇਕਰ ਅਸੀਂ ਮਾੜਾ ਸਾਹਿਤ ਪੜ੍ਹਾਂਗੇ ਤਾਂ ਸਾਡੇ ਵਿਚਾਰ ਵੀ ਮਾੜੇ ਹੋ ਜਾਣਗੇ। ਆਪਣੇ ਕੁਝ ਸ਼ੌਂਕ ਜਾਂ ਖੂਬੀ ਅਪਣਾ ਕੇ ਉਸ ਵਿੱਚ ਸਮਾਂ ਲਗਾਓ, ਭਾਵ ਕਿ ਆਪਣੇ ਆਪ ਨੂੰ ਰੁਝੇ ਵੇ ਦੇ ਵਿੱਚ ਰੱਖੋ। ਲੰਮੇ ਲੰਮੇ ਸਾਹ ਲੈ ਕੇ 10 ਤੱਕ ਗਿਣੋ, ਭਾਵ ਕਿ ਜਦੋਂ ਤੁਹਾਨੂੰ ਬਹੁਤ ਜ਼ਿਆਦਾ ਗੁੱਸਾ ਆ ਜਾਵੇ ਤਾਂ ਕਿਸੇ ਨੂੰ ਮਾੜਾ ਚੰਗਾ ਬੋਲਣ ਨਾਲੋਂ ਆਪਣੇ ਸਾਹ ਲੰਬੇ ਕਰਕੇ ਤੇ ਕਾਊਂਟਿੰਗ ਕਰਨੀ ਸ਼ੁਰੂ ਕਰ ਦਿਓ। ਪਾਣੀ ਦਾ ਗਿਲਾਸ ਭਰ ਘੁੱਟ-ਘੁੱਟ ਕਰਕੇ ਪਾਣੀ ਪੀਓ। ਇੱਦਾਂ ਕਰਨ ਨਾਲ ਸਾਡਾ ਮਨ ਸ਼ਾਂਤ ਹੋ ਜਾਂਦਾ ਹੈ। ਮਨ ਦੁਹਰਾਓ ਕਿ ਮੈਂ ਗੁੱਸਾ ਨਹੀਂ ਕਰਨਾ, ਕਿਉਂਕਿ ਗੁੱਸਾ ਮੇਰੇ ਅੰਦਰ ਹੀ ਵਿਗਾੜ ਪੈਦਾ ਕਰਦਾ ਹੈ। ਜਦੋਂ ਵੀ ਲੱਗੇ ਕਿ ਮਨ ਅਸ਼ਾਂਤ ਹੋ ਰਿਹਾ ਹੈ ਤਾਂ ਡਾਇਰੀ ਵੀ ਲਿਖੋ। ਜੋ ਵੀ ਗੱਲਾਂ ਜਾਂ ਵਿਚਾਰ ਮਨ ਵਿੱਚ ਆ ਰਹੇ ਹਨ ਉਹ ਬੇਬਾਕ ਹੋ ਕੇ ਲਿਖੋ। ਤਾਂ ਦੋਸਤੋ, ਇਹ ਕੁਝ ਨਿਯਮ ਹਨ, ਤੁਸੀਂ ਆਰਾਮ ਨਾਲ ਪੜ੍ਹ ਲੈਣੇ ਹਨ, ਤੁਹਾਡੀ ਕਿਤਾਬ ਦੇ ਵਿੱਚ ਲਿਖੇ ਹੋਏ ਹਨ। ਇਹ ਸਾਰੇ ਢੰਗ ਅਪਣਾ ਕੇ ਅਸੀਂ ਆਪਣੇ ਗੁੱਸੇ 'ਤੇ ਕਾਬੂ ਪਾ ਸਕਦੇ ਹਾਂ। ਅੱਗੇ ਕੁਝ ਕਿਰਿਆਵਾਂ ਹਨ ਜੋ ਅਧਿਆਪਕ ਨੇ ਤੁਹਾਨੂੰ ਕਰਾਉਣੀਆਂ ਹਨ। ਇਹ ਕੋਈ ਜ਼ਿਆਦਾ ਮੁਸ਼ਕਲ ਨਹੀਂ ਹਨ, ਤੁਸੀਂ ਆਰਾਮ ਨਾਲ ਇਹਨਾਂ ਨੂੰ ਹੱਲ ਕਰ ਸਕਦੇ ਹੋ। ਤਾਂ ਮੈਂ ਉਮੀਦ ਰੱਖਦਾ ਹਾਂ ਕਿ ਤੁਸੀਂ ਇਹਨਾਂ ਨੂੰ ਆਪ ਹੀ ਕਰ ਲਓਗੇ। ਅਭਿਆਸ, ਆਪਣੇ ਅਜਿਹੇ ਡਰ ਲਿਖੋ ਜੋ ਤੁਹਾਨੂੰ ਸਾਰਾ ਦਿਨ ਇਸ ਤਰ੍ਹਾਂ ਪਰੇਸ਼ਾਨ ਕਰਦੇ ਹਨ। ਤਾਂ ਅਨੇਕਾਂ ਪ੍ਰਕਾਰ ਦੇ ਡਰ ਹੁੰਦੇ ਹਨ, ਜਿਨ੍ਹਾਂ ਵਿੱਚ ਕੋਈ ਛੋਟੇ ਹੁੰਦੇ ਹਨ ਅਤੇ ਕਈ ਵੱਡੇ ਹੁੰਦੇ ਹਨ। ਜਿਵੇਂ ਸਕੂਲ ਦਾ ਕੰਮ ਪੂਰਾ ਨਾ ਹੋਣ 'ਤੇ ਅਧਿਆਪਕ ਦੀ ਝਿੜਕਾਂ ਦਾ ਡਰ, ਸਕੂਲ ਲੇਟ ਪਹੁੰਚਣ 'ਤੇ ਅਧਿਆਪਕਾਂ ਦਾ ਡਰ, ਟੈਸਟ ਵਿੱਚ ਫੇਲ ਹੋ ਜਾਣ ਦਾ ਡਰ, ਵਰਦੀ ਗੰਦੀ ਹੋ ਜਾਣ 'ਤੇ ਮਾਤਾ ਜੀ ਦੀ ਝਿੜਕਾਂ ਦਾ ਡਰ। ਹੋਰ ਵੀ ਅਨੇਕਾਂ ਪ੍ਰਕਾਰ ਦੇ ਡਰ ਹਨ। ਠੀਕ ਜਾਂ ਗਲਤ ਚੁਣੋ। ਫੇਲ ਹੋਣ ਦਾ ਡਰ ਘਟਾਉਣ ਲਈ ਮਿਹਨਤ ਕਰ ਲਵੋ, ਡਰ ਹਟ ਜਾਵੇਗਾ। ਬਿਲਕੁਲ ਠੀਕ, ਜੇਕਰ ਅਸੀਂ ਮਿਹਨਤ ਕਰਾਂਗੇ ਤਾਂ ਸਾਡੀ ਤਿਆਰੀ ਹੋਵੇਗੀ। ਜਦੋਂ ਸਾਡੀ ਤਿਆਰੀ ਹੋਵੇਗੀ ਤਾਂ ਸਾਡੇ ਅੰਦਰ ਕੌਨਫੀਡੈਂਸ ਹੋਵੇਗਾ ਅਤੇ ਸਾਡੇ ਅੰਦਰੋਂ ਡਰ, ਫੇਲ ਹੋਣ ਦਾ ਡਰ ਬਿਲਕੁਲ ਹੀ ਖਤਮ ਹੋ ਜਾਵੇਗਾ। ਨੰਬਰ 2, ਕਈ ਵਾਰ ਡਰ ਸਾਡੇ ਲਈ ਫਾਇਦੇਮੰਦ ਵੀ ਸਾਬਤ ਹੁੰਦਾ ਹੈ। ਬਿਲਕੁਲ ਠੀਕ, ਜਿਵੇਂ ਕਿ ਮੈਂ ਤੁਹਾਨੂੰ ਉੱਪਰ ਦੱਸਿਆ ਹੈ ਕਿ ਬੱਚੇ ਫੇਲ ਹੋਣ ਦੇ ਡਰ ਕਾਰਨ ਸਖਤ ਮਿਹਨਤ ਕਰਦੇ ਹਨ ਅਤੇ ਨਤੀਜੇ ਵਜੋਂ ਪਾਸ ਹੋ ਜਾਂਦੇ ਹਨ। ਨੰਬਰ 3, ਜੰਗ ਵਿੱਚ ਜਦੋਂ ਫੌਜੀ ਇਹ ਮੰਨ ਲੈਂਦਾ ਹੈ ਕਿ ਦੇਸ਼ ਦੀ ਸੇਵਾ ਉਸ ਦੀ ਜਾਨ ਤੋਂ ਵੱਧ ਕੀਮਤੀ ਹੈ, ਫਿਰ ਉਹ ਜੰਗ ਵਿੱਚ ਮੌਤ ਤੋਂ ਨਹੀਂ ਡਰਦਾ। ਇਸ ਤਰ੍ਹਾਂ ਡਰ ਬਾਰੇ ਜਾਣ ਕੇ ਵੀ ਡਰ ਤੋਂ ਬਚਿਆ ਜਾ ਸਕਦਾ ਹੈ। ਬਿਲਕੁਲ ਠੀਕ, ਜਦੋਂ ਅਸੀਂ ਡਰ ਦੀ ਹੱਦ ਤੱਕ ਪਹੁੰਚ ਜਾਂਦੇ ਹਾਂ ਅਤੇ ਜਦੋਂ ਸਾਡੀ ਕੋਈ ਭਾਵਨਾ ਨੇਕ ਹੁੰਦੀ ਹੈ ਤਾਂ ਆਟੋਮੈਟਿਕ ਹੀ ਸਾਡੇ ਅੰਦਰੋਂ ਡਰ ਖਤਮ ਹੋ ਜਾਂਦਾ ਹੈ। ਨੰਬਰ 4, ਡਰ 'ਤੇ ਕਾਬੂ ਪਾਉਣਾ ਬਹੁਤ ਔਖਾ ਹੈ। ਬਿਲਕੁਲ ਗਲਤ, ਡਰ 'ਤੇ ਕਾਬੂ ਪਾਉਣਾ ਔਖਾ ਨਹੀਂ ਹੈ, ਸਗੋਂ ਇਹ ਇਕਾਗਰਤਾ ਨਾਲ ਮਨ ਸਮਝਾ ਕੇ ਬੜੀ ਆਸਾਨੀ ਨਾਲ ਪਾਇਆ ਜਾ ਸਕਦਾ ਹੈ। ਨੰਬਰ 5, ਵੱਡੇ ਹੋ ਕੇ ਸਾਰੇ ਡਰ ਆਪੇ ਮੁੱਕ ਜਾਂਦੇ ਹਨ। ਬਿਲਕੁਲ ਗਲਤ, ਡਰ ਵੱਡੇ ਹੋਣ ਨਾਲ ਖਤਮ ਨਹੀਂ ਹੁੰਦੇ, ਸਗੋਂ ਇਕਾਗਰਤਾ ਦੇ ਨਾਲ ਅਤੇ ਸਮਝ ਦੇ ਨਾਲ ਖਤਮ ਕੀਤੇ ਜਾਂਦੇ ਹਨ। ਕਈ ਵਾਰ ਡਰ ਸਾਡੇ ਲਈ ਫਾਇਦੇਮੰਦ ਵੀ ਸਾਬਤ ਹੁੰਦੇ ਹਨ। ਡਰ ਸਾਨੂੰ ਭਵਿੱਖ ਦੇ ਖਤਰੇ ਤੋਂ ਸੁਚੇਤ ਵੀ ਕਰਦਾ ਹੈ, ਪਰ ਡਰ ਨੂੰ ਖੁਦ 'ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਡਰ ਨੂੰ ਖਤਮ ਕਰਨ ਲਈ ਡਰ ਦੇ ਕਾਰਨ ਨੂੰ ਸਮਝ ਲਈਏ ਜਾਂ ਜੇ ਸਵੀਕਾਰ ਵੀ ਕਰ ਲਈਏ ਫਿਰ ਵੀ ਡਰ ਖਤਮ ਹੋ ਜਾਂਦਾ ਹੈ। ਹੱਲ ਕਿਵੇਂ ਲੱਭੀਏ? ਪ੍ਰਸ਼ਨ, ਕੀ ਤੁਸੀਂ ਇਸ ਪ੍ਰਸ਼ਨ ਨੂੰ ਹੱਲ ਕਰ ਸਕਦੇ ਹੋ ਕਿ ਇੱਕ ਕਮਰੇ ਵਿੱਚ 5 ਆਦਮੀ ਹਨ, ਬਾਹਰੋਂ ਇੱਕ ਆਦਮੀ ਅੰਦਰ ਜਾਂਦਾ ਹੈ ਅਤੇ ਪੰਜਾਂ ਵਿੱਚੋਂ 4 ਜਣਿਆਂ ਨੂੰ ਮਾਰ ਦਿੰਦਾ ਹੈ। ਹੁਣ ਕਮਰੇ ਵਿੱਚ ਕਿੰਨੇ ਆਦਮੀ ਹਨ? ਤਾਂ ਦੋਸਤੋ, ਬੜਾ ਆਸਾਨ ਜਿਹਾ ਸਵਾਲ ਹੈ। ਇਸ ਦਾ ਜਵਾਬ ਜੇਕਰ ਅਸੀਂ ਦਈਏ ਕਿ 6 ਆਦਮੀ ਹਨ। ਕਿਉਂ? ਕਿਉਂਕਿ 5 ਪਹਿਲਾਂ ਹੀ ਸਨ ਅਤੇ ਇੱਕ ਹੋਰ
ਚਲਾ ਗਿਆ, ਭਾਵ ਕਿ 4 ਆਦਮੀ ਮਾਰੇ ਹਨ, ਕਮਰੇ ਤੋਂ ਬਾਹਰ ਨਹੀਂ ਕੱਢੇ ਗਏ। ਇਸ ਤਰ੍ਹਾਂ ਇਸ ਦਾ ਜਵਾਬ 6 ਬਣਦਾ ਹੈ। ਪਰੰਤੂ ਤੁਸੀਂ ਧਿਆਨ ਨਾਲ ਦੇਖੋ, ਤੁਹਾਡੇ ਤੋਂ ਇਹ ਗੱਲ ਨਹੀਂ ਪੁੱਛੀ ਗਈ। ਸਟਾਰਟਿੰਗ ਵਿੱਚ ਪੁੱਛਿਆ ਗਿਆ ਹੈ ਕਿ ਤੁਸੀਂ ਇਸ ਪ੍ਰਸ਼ਨ ਨੂੰ ਹੱਲ ਕਰ ਸਕਦੇ ਹੋ, ਜਿਸ ਦਾ ਜਵਾਬ ਹਾਂ ਜਾਂ ਨਾ ਵਿੱਚ ਆਵੇਗਾ, ਭਾਵ ਕਿ ਤੁਸੀਂ ਕੇਵਲ ਹਾਂ ਜਾਂ ਨਾ ਹੀ ਭਰਨਾ ਹੈ, ਗਿਣਤੀ ਨਹੀਂ ਵੀ ਭਰੋਗੇ ਤਾਂ ਵੀ ਚੱਲ ਜਾਵੇਗਾ। ਪਰ ਮੈਂ ਤੁਹਾਡੀ ਸੁਵਿਧਾ ਲਈ ਇੱਥੇ ਇਸ ਦੇ ਦੋਵੇਂ ਹੀ ਜਵਾਬ ਦੇ ਦਿੱਤੇ ਹਨ, ਪਰੰਤੂ ਇੱਥੇ ਤੁਹਾਡੇ ਕੋਲ ਕੇਵਲ ਹਾਂ ਜਾਂ ਨਾ ਦੇ ਵਿੱਚ ਹੀ ਜਵਾਬ ਪੁੱਛਿਆ ਗਿਆ ਹੈ। ਤਾਂ ਮੈਨੂੰ ਉਮੀਦ ਹੈ ਦੋਸਤੋ ਤੁਸੀਂ ਇਸ ਸਮੱਸਿਆ ਨੂੰ ਸਮਝ ਗਏ ਹੋਵੋਗੇ ਕਿ ਤੁਸੀਂ ਇਸ ਪ੍ਰਸ਼ਨ ਨੂੰ ਹੱਲ ਕਰ ਸਕਦੇ ਹੋ। ਢੁਕਵਾਂ ਹੱਲ ਦੇਣਾ ਹੈ ਹਾਂ ਜਾਂ ਨਹੀਂ, ਭਾਵ ਕਿ ਜਿਹੜੀ ਉੱਪਰ ਸਮੱਸਿਆ ਦਿੱਤੀ ਹੈ ਉਸ ਦਾ ਹਾਂ ਜਾਂ ਨਹੀਂ ਵਿੱਚ ਜਵਾਬ ਦੇਣਾ ਹੈ। ਤਾਂ ਅਸੀਂ ਇਸ ਦਾ ਜਵਾਬ ਦੇ ਸਕਦੇ ਹਾਂ। ਮੈਂ ਜਵਾਬ ਤੁਹਾਨੂੰ ਦੱਸ ਵੀ ਦਿੱਤਾ ਹੈ, ਇਸ ਲਈ ਤੁਸੀਂ ਹਾਂ ਲਿਖਣਾ ਹੈ। ਤੁਹਾਤੋਂ ਜੋ ਵੀ ਪੁੱਛਿਆ ਗਿਆ ਹੋਵੇ, ਜਿੰਨਾ ਵੀ ਪੁੱਛਿਆ ਗਿਆ ਹੋਵੇ, ਉਸ ਦਾ ਉਨਾ ਕੁ ਢੁਕਵਾਂ ਉੱਤਰ ਦੇਣਾ ਹੈ। ਫਾਲਤੂ ਦੀਆਂ ਗੱਲਾਂ ਲਿਖਣ ਦਾ ਕੋਈ ਫਾਇਦਾ ਨਹੀਂ ਹੈ। ਦੱਸੋ ਕਿਹੜਾ ਕੱਪ ਪਹਿਲਾਂ ਭਰੇਗਾ। ਤਾਂ ਦੋਸਤੋ ਇੱਕ ਡਾਇਗਰਾਮ, ਇੱਕ ਚਿੱਤਰ ਦਿੱਤਾ ਗਿਆ ਹੈ ਅਤੇ ਪੁੱਛਿਆ ਗਿਆ ਹੈ ਕਿ ਇਹਨਾਂ ਵਿੱਚੋਂ ਕਿਹੜਾ ਕੱਪ ਪਹਿਲਾਂ ਭਰੇਗਾ। ਤਾਂ ਦੋਸਤੋ ਤੁਸੀਂ ਧਿਆਨ ਨਾਲ ਦੇਖੋ, ਇਸ ਦੇ ਵਿੱਚ ਪਾਈਪਾਂ ਦੀ ਡਾਇਰੈਕਸ਼ਨ ਨੂੰ ਦੇਖੋ। ਤਾਂ ਧਿਆਨ ਨਾਲ ਦੇਖਣ 'ਤੇ ਤੁਹਾਨੂੰ ਪਤਾ ਲੱਗੇਗਾ ਕਿ ਕੱਪ ਨੰਬਰ 7 ਸਭ ਤੋਂ ਪਹਿਲਾਂ ਭਰ ਜਾਵੇਗਾ। ਆਓ ਇਹਨਾਂ ਸਮੱਸਿਆਵਾਂ ਨੂੰ ਪੜ੍ਹੀਏ ਅਤੇ ਜਮਾਤ ਵਿੱਚ ਹਰ ਸਮੱਸਿਆ ਤੇ ਗਰੁੱਪ ਵਾਰ ਚਰਚਾ ਕਰਕੇ ਜੋ ਹੱਲ ਤੁਹਾਨੂੰ ਸਭ ਤੋਂ ਵਧੀਆ ਲੱਗਿਆ ਹੈ ਉਸ ਨੂੰ ਲਿਖੋ। ਤੁਸੀਂ ਅੱਧੀ ਛੁੱਟੀ ਮੌਕੇ ਪਿੱਛੋਂ ਦੇਖਿਆ ਕਿ ਤੁਹਾਡੇ ਬਸਤੇ ਵਿੱਚੋਂ ਇੱਕ ਕਿਤਾਬ ਨਹੀਂ ਲੱਭ ਰਹੀ, ਤੁਸੀਂ ਕੀ ਕਰੋਗੇ। ਤਾਂ ਦੋਸਤੋ ਇੱਥੇ ਇਕਾਗਰਤਾ ਨਾਲ ਯਾਦ ਕਰਾਂਗੇ ਕਿ ਕਿਤਾਬ ਘਰ ਤਾਂ ਨਹੀਂ ਭੁੱਲ ਗਏ ਜਾਂ ਭੁੱਲ ਗਿਆ, ਕਿਉਂਕਿ ਦੋਸਤੋ ਕਈ ਵਾਰ ਅਸੀਂ ਆਪਣੇ ਬੈਗ ਵਿੱਚ ਕਿਤਾਬ ਪਾਉਣਾ ਹੀ ਭੁੱਲ ਜਾਂਦੇ ਹਾਂ ਅਤੇ ਦੂਜਿਆਂ 'ਤੇ ਇਲਜ਼ਾਮ ਲਗਾਉਂਦੇ ਰਹਿੰਦੇ ਹਾਂ, ਜਾਂ ਬਿਨਾਂ ਮਤਲਬ ਤੋਂ ਅਧਿਆਪਕ ਨੂੰ ਜਾ ਕੇ ਪਰੇਸ਼ਾਨ ਕਰਦੇ ਹਾਂ ਕਿ ਕਿਸੇ ਨੇ ਮੇਰੀ ਕਿਤਾਬ ਕੱਢ ਲਈ ਹੈ। ਤਾਂ ਸਭ ਤੋਂ ਪਹਿਲਾਂ ਸ਼ਾਂਤ ਦਿਮਾਗ ਨਾਲ ਯਾਦ ਕਰੋ ਕਿ ਕਿਧਰੇ ਕਿਤਾਬ ਘਰ ਤਾਂ ਨਹੀਂ ਰਹਿ ਗਈ, ਫਿਰ ਉਸ ਤੋਂ ਬਾਅਦ ਅਗਲੀ ਕਾਰਵਾਈ ਕਰੋ। ਨੰਬਰ 2, ਤੁਸੀਂ ਦੇਰੀ ਨਾਲ ਸਕੂਲ ਪਹੁੰਚੇ ਹੋ ਤੇ ਜਮਾਤ ਵਿੱਚ ਕਿਵੇਂ ਜਾਓਗੇ। ਸਹਿਜਤਾ ਨਾਲ, ਬਿਨਾਂ ਘਬਰਾਏ ਸਿੱਧਾ ਅਧਿਆਪਕ ਕੋਲ ਜਾ ਕੇ ਲੇਟ ਹੋਣ ਦਾ ਕਾਰਨ ਦੱਸਾਂਗੇ, ਭਾਵ ਕਿ ਜੇਕਰ ਅਸੀਂ ਲੇਟ ਹੋ ਗਏ ਹਾਂ ਤਾਂ ਸਾਨੂੰ ਘਬਰਾਉਣ ਦੀ ਲੋੜ ਨਹੀਂ। ਸਾਨੂੰ ਬੜੇ ਆਰਾਮ ਨਾਲ, ਬਿਨਾਂ ਘਬਰਾਏ, ਕੌਨਫੀਡੈਂਸ ਦੇ ਨਾਲ ਆਪਣੇ ਟੀਚਰ ਕੋਲ ਜਾਣਾ ਚਾਹੀਦਾ ਹੈ ਅਤੇ ਆਪਣੇ ਲੇਟ ਹੋਣ ਦਾ ਕਾਰਨ ਦੱਸ ਕੇ ਕਲਾਸ ਵਿੱਚ ਬੈਠ ਜਾਣਾ ਚਾਹੀਦਾ ਹੈ। ਅਗਲੀ ਐਕਟੀਵਿਟੀ ਇਕਾਗਰਤਾ ਭਾਗ ਵਿੱਚੋਂ। ਤਾਂ ਦੋਸਤੋ ਇਸ ਭਾਗ ਵਿੱਚ ਇਕਾਗਰਤਾ ਬਾਰੇ ਦੱਸਿਆ ਗਿਆ ਹੈ। ਇਕਾਗਰਤਾ ਦਾ ਭਾਵ ਹੁੰਦਾ ਹੈ ਆਪਣੇ ਮਨ ਨੂੰ ਕਿਸੇ ਸਮੱਸਿਆ ਵਾਲੇ ਪਾਸੇ ਪੂਰੀ ਚੌਕਸੀ ਦੇ ਨਾਲ ਲਗਾ ਦੇਣਾ। ਜਿਵੇਂ ਕਿ ਕਹਾਣੀ ਵੀ ਥੋੜ੍ਹੀ ਜਿਹੀ ਦੱਸੀ ਗਈ ਹੈ ਕਿ ਕਿਵੇਂ ਮਹਾਭਾਰਤ ਵਿੱਚ ਅਰਜੁਨ ਨੇ ਇਕਾਗਰਤਾ ਨਾਲ ਚਿੜੀ ਦੀ ਅੱਖ 'ਤੇ ਨਿਸ਼ਾਨਾ ਲਗਾਇਆ ਸੀ। ਜਦੋਂ ਕਿ ਉਸ ਤੋਂ ਦਰੋਣਾਚਾਰਿਆ ਜੀ ਨੇ ਪੁੱਛਿਆ ਕਿ ਤੂੰ ਇਹ ਨਿਸ਼ਾਨਾ ਕਿਵੇਂ ਲਗਾਇਆ ਹੈ, ਤਾਂ ਅਰਜੁਨ ਨੇ ਬੜੀ ਸ਼ਾਂਤ ਸੁਭਾਅ ਨਾਲ ਕਿਹਾ ਕਿ ਮੈਂ ਕੇਵਲ ਚਿੜੀ ਦੀ ਅੱਖ ਨੂੰ ਹੀ ਵੇਖ ਰਿਹਾ ਸੀ, ਬਾਕੀ ਮੈਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ। ਇਹ ਇਕਾਗਰਤਾ ਦੀ ਹੀ ਉਦਾਹਰਣ ਹੈ। ਅੱਗੇ ਕੁਝ ਕਿਰਿਆਵਾਂ ਦਿੱਤੀਆਂ ਹਨ ਜਿਨ੍ਹਾਂ ਵਿੱਚ ਕੁਝ ਜ਼ਿਆਦਾ ਮੁਸ਼ਕਲ ਨਹੀਂ ਹੈ, ਕੇਵਲ ਪੜ੍ਹ ਕੇ ਤੇ ਅਧਿਆਪਕ ਦੀ ਨਿਗਰਾਨੀ ਵਿੱਚ ਹੀ ਕਰਨਾ ਹੈ। ਇਹ ਤਾਂ ਬੱਚਿਆਂ ਦੀ ਖੇਡ ਦੇ ਬਰਾਬਰ ਹੈ। ਮੈਨੂੰ ਉਮੀਦ ਹੈ ਤੁਸੀਂ ਆਸਾਨੀ ਨਾਲ ਕਰ ਲਵੋਗੇ। ਅਭਿਆਸ ਪ੍ਰਸ਼ਨ, ਇਕਾਗਰਤਾ ਦੀ ਸਾਡੇ ਜੀਵਨ ਵਿੱਚ ਕੀ ਮਹੱਤਤਾ ਹੈ। ਇਕਾਗਰਤਾ ਨਾਲ ਜੀਵਨ ਦੀ ਹਰ ਵੱਡੀ ਤੋਂ ਵੱਡੀ ਸਮੱਸਿਆ ਦਾ ਹੱਲ ਲੱਭਿਆ ਜਾ ਸਕਦਾ ਹੈ, ਭਾਵ ਕਿ ਇਕਾਗਰ ਚਿੱਤ ਹੋ ਕੇ ਅਸੀਂ ਵੱਡੀ ਤੋਂ ਵੱਡੀ ਸਮੱਸਿਆ ਨੂੰ ਚੁਟਕੀ ਵਜਾ ਕੇ ਹੱਲ ਕਰ ਸਕਦੇ ਹਾਂ। ਪ੍ਰਸ਼ਨ ਨੰਬਰ 2, ਇਕਾਗਰਤਾ ਵਧਾਉਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ। ਇਕਾਗਰਤਾ ਵਧਾਉਣ ਲਈ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ, ਉਚਿਤ ਸੈਰ ਕਰਨੀ ਚਾਹੀਦੀ ਹੈ, ਗਹਿਰੀ ਨੀਂਦ ਲੈਣੀ ਚਾਹੀਦੀ ਹੈ ਅਤੇ ਹਰ ਚੀਜ਼ ਨੂੰ ਬੜੇ ਧਿਆਨ ਨਾਲ ਨੋਟ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਸਾਡੀ ਇਕਾਗਰਤਾ ਦਿਨ ਪ੍ਰਤੀ ਦਿਨ ਵੱਧਦੀ ਜਾਵੇਗੀ। ਠੀਕ ਜਾਂ ਗਲਤ ਚੁਣੋ। ਇਕਾਗਰਤਾ ਵਧਾਉਣ ਲਈ ਸੰਤੁਲਿਤ ਭੋਜਨ, ਸੈਰ, ਗਹਿਰੀ ਨੀਂਦ, ਧਿਆਨ ਲਗਾਉਣਾ ਆਦਿ ਦਾ ਬਹੁਤ ਮਹੱਤਵ ਹੈ। ਬਿਲਕੁਲ ਠੀਕ, ਇਹ ਉਹ ਤਰੀਕੇ ਹਨ ਜਿਨ੍ਹਾਂ ਨਾਲ ਅਸੀਂ ਆਪਣੀ ਇਕਾਗਰਤਾ ਨੂੰ ਵਧਾ ਸਕਦੇ ਹਾਂ। ਨੰਬਰ 2, ਇਕਾਗਰਤਾ ਵਧਾਈ ਨਹੀਂ ਜਾ ਸਕਦੀ। ਬਿਲਕੁਲ ਗਲਤ, ਇਕਾਗਰਤਾ ਅਸੀਂ ਵਧਾ ਸਕਦੇ ਹਾਂ। ਸਾਨੂੰ ਸਿਰਫ ਤਰੀਕੇ ਪਤਾ ਹੋਣੇ ਚਾਹੀਦੇ ਹਨ ਅਤੇ ਸਾਡੇ ਦਿਲ ਦੇ ਅੰਦਰ ਇੱਛਾ ਹੋਣੀ ਚਾਹੀਦੀ ਹੈ। ਸਾਰਾਂਸ਼, ਇਕਾਗਰਤਾ ਉਹ ਸ਼ਕਤੀ ਹੈ ਜਿਸ ਨਾਲ ਅਸੀਂ ਜੋ ਚਾਹੀਏ ਪਾ ਸਕਦੇ ਹਾਂ। ਇਕਾਗਰਤਾ ਨਾਲ ਜੀਵਨ ਨੂੰ ਹੋਰ ਵੀ ਊਰਜਾ ਭਰਪੂਰ ਅਤੇ ਮੁੱਲਵਾਨ ਬਣਾ ਸਕਦੇ ਹਾਂ। ਜਿਸ ਕੰਮ ਕਰਨ ਨੂੰ ਅਸੀਂ ਕਾਫੀ ਸਮਾਂ ਲਗਾਉਂਦੇ ਹਾਂ ਉਹ ਬਹੁਤ ਜਲਦੀ ਅਤੇ ਵਧੀਆ ਹੁੰਦਾ ਹੈ। ਤਾਂ ਦੋਸਤੋ ਮੈਨੂੰ ਉਮੀਦ ਹੈ ਤੁਸੀਂ ਸਾਰਾ ਪਾਠ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ, ਸਾਰੀਆਂ ਕਿਰਿਆਵਾਂ ਅਤੇ ਸਾਰੀਆਂ ਐਕਟੀਵਿਟੀਆਂ ਅਤੇ ਪ੍ਰਸ਼ਨ ਵੀ ਸਮਝ ਗਏ ਹੋਵੋਗੇ। ਤਾਂ ਦੋਸਤੋ ਇਹੋ ਜਿਹੀਆਂ ਹੋਰ ਵੀਡੀਓ ਪ੍ਰਾਪਤ ਕਰਨ ਲਈ ਮੇਰੇ ਚੈਨਲ ਪਾਲ ਸਟੱਡੀ ਪੁਆਇੰਟ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਧੰਨਵਾਦ ਦੋਸਤੋ।